ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸਚ ਰੰਗ ਇੱਕੋ ਨਾਮ ਆਧਾਰ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸਚ ਰੰਗ ਇੱਕੋ ਨਾਮ ਆਧਾਰ। ਦਿਖਿਆ ਰੰਗ ਕੂੜਾਵਿਆ ਦਿਸਣ ਸਭੇ ਛਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਵਾਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ, ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ। ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ। ਨਾਨਕ ਹਰ ਜੀ ਮੈਂ ਆਕਾਰ ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਨਾਨਕ ਹਰ ਜੀ ਮੈਂ ਆਕਾਰ ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਸਰਬ ਵਿਆਪੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਆਪ ਨਾਰਾਇਣ ਕਲਾ ਤਹਾਰ ਜਗ ਮੈਂ ਪਰਵਰਿਓ। ਉਸ ਅਕਾਲ ਨਿਰੰਕਾਰ ਦੀ ਸਰਵਗੁਣ ਜੋਤ ਸਰੂਪ ਸਾਡੇ ਜੀਵਨ ਦੀ ਕਲਿਆਣ ਕਰਨ ਵਾਸਤੇ ਸਰੀਰ ਧਾਰ ਕੇ ਧਰਤੀ 'ਤੇ ਪ੍ਰਗਟ ਹੋਏ। ਉਹ ਜੋਤ ਦਸਵੇਂ ਪਾਤਸ਼ਾਹ ਕਲਗੀਧਰ ਪਿਤਾ ਤੱਕ ਸਰੀਰਾਂ ਵਿੱਚ ਚੱਲਦੀ ਆਈ ਹੈ ਅਤੇ ਅੰਤ ਨੂੰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪਣੀ ਜੋਤ ਖਾਲਸੇ ਪੰਥ ਤਥਾ ਪੰਜ ਪਿਆਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਖ ਕੇ ਸਦਾ ਲਈ ਸਾਨੂੰ ਅਮਰ ਕਰ ਗਏ ਹਨ ਅਤੇ ਬਖਸ਼ਾਂ ਕਰ ਗਏ ਹਨ। ਉਸ ਗੁਰੂਆਂ ਦੇ ਗੁਰੂ ਦੇ ਚਰਨਾਂ 'ਚ ਸ਼ਬਦਾਵਤਾਰ ਗੁਰੂ ਦੇ ਚਰਨਾਂ 'ਚ ਕਾਗਜ਼ ਗੁਰੂ ਨਹੀਂ, ਪੀੜਾ ਗੁਰੂ ਨਹੀਂ, ਰਮਾਲੇ ਗੁਰੂ ਨਹੀਂ, ਚੌਰ ਗੁਰੂ ਨਹੀਂ, ਪਾਲਕੀ ਗੁਰੂ ਨਹੀਂ, ਸ਼ਬਦ ਗੁਰਪੀਰਾ ਸਗੈਰ ਗਵੀਰਾ। ਤੇਰਾ ਕਾਮਣ ਗੁਰੂ ਕਿਸ ਕਾ ਤੂੰ ਚੇਲਾ, ਸ਼ਬਦ ਗੁਰੂ ਸੁਰਤ ਤੁਮ ਚੇਲਾ। ਸਾਡਾ ਸ਼ਬਦ ਗੁਰੂ ਹੈ, ਨਾਮ ਗੁਰੂ ਹੈ, ਬਾਣੀ ਗੁਰੂ ਹੈ। ਜਿਸ ਬਾਣੀ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਵਾਕ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਸਾਡਾ ਗੁਰੂ ਹੈ, ਸਾਰਿਆਂ ਦਾ ਗੁਰੂ ਹੈ, ਸਭ ਸ੍ਰਿਸ਼ਟੀ ਦਾ ਗੁਰੂ ਹੈ। ਉਸ ਗੁਰੂਆਂ ਦੇ ਗੁਰੂ ਦੇ ਸਨਮੁਖ ਸੀਸ ਝੁਕਾ ਕੇ ਸੰਗਤ ਰੂਪ ਹੋ ਕੇ ਮਿਲ ਕੇ ਬੈਠੇ ਹੋ। ਇਹ ਘੜੀ ਇਹ ਸਮਾਂ ਹੋਰ ਕਿਤੇ ਨਸੀਬ ਨਹੀਂ ਹੁੰਦਾ। ਬਹੁਤੇ ਇਕੱਠ ਦਾ ਨਾਂ ਗੁਰੂ ਕੀ ਸੰਗਤ ਨਹੀਂ, ਚੰਗੀ ਸੰਗਤ ਹੋ ਸਕਦੀ ਹੈ। ਸਾਹਿਬਾਂ ਨੇ ਬਾਣੀ 'ਚ ਪੰਕਤੀ ਲਿਖੀ ਹੈ, ਜਹ ਸਤਿਗੁਰ ਤਹ ਸਤ ਸੰਗਤ ਬਣਾਈ। ਜੇ ਸਾਹਿਬ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹਨ ਅਤੇ ਆਪ ਜੀ ਸਾਹਮਣੇ ਬੈਠੇ ਹੋ, ਫਿਰ ਉਸ ਨੂੰ ਗੁਰੂ ਕੀ ਸੰਗਤ ਕਿਹਾ ਜਾਂਦਾ ਹੈ। ਮਹਾਰਾਜ ਸਾਹਿਬ ਆਪਣੇ ਅਤੇ ਸੰਗਤ ਵਿੱਚ ਕੋਈ ਭੇਦ ਨਹੀਂ ਰੱਖਿਆ ਰਹਿਣ ਦਿੱਤਾ। ਸੰਗਤ ਨੂੰ ਬਹੁਤਾ ਅਤੇ ਜ਼ਿਆਦਾ ਮਾਣ ਦਿੱਤਾ ਹੈ। ਇਸ ਕਰਕੇ ਸਤਿਗੁਰੂ ਕਿਰਪਾ ਕਰਨ ਮਗਰ ਹਵਾਲੇ ਨੇ ਅੱਜ ਸੰਗਰਾਮ ਦਾ ਦਿਹਾੜਾ ਹੈ, ਉਸ ਨੂੰ ਮਦੇ ਰੱਖਦਿਆਂ ਹੋਇਆਂ, ਜੋ ਕਿ ਚੇਤ ਮਹੀਨੇ ਤੋਂ 12 ਮਾਹ ਆਰੰਭ ਹੁੰਦਾ ਹੈ ਅਤੇ ਫੱਗਣ ਦੇ ਮਹੀਨੇ ਤੋਂ ਸਮਾਪਤੀ ਹੁੰਦੀ ਹੈ 1 ਸਾਲ ਬਾਅਦ। ਉਸ ਮਹੀਨੇ ਦਾ ਪਾਠ, ਉਸ ਦੀ ਕਥਾ ਵਿਚਾਰ, ਅਰਥ ਤੁਸ਼ ਬੁੱਧੀ ਅਨੁਸਾਰ ਸਾਰਿਆਂ ਨੇ ਮਿਲ ਕੇ ਕਰਨੇ ਹੈ।
ਜਿਸ ਵਿੱਚੋਂ ਕਿਨਕਾ ਪਾਰ ਕੁਝ ਨਾ ਕੁਝ ਸਾਡੇ ਮਨ ਵਿੱਚ ਵਸ ਜਾਵੇ। ਜ਼ਿੰਦਗੀ ਦੀ ਜਿਹੜੀ ਬੇੜੀ ਹੈ ਡਾਮਾਡੋਲ ਸੰਸਾਰ ਸਾਗਰ ਵਿੱਚ, ਇਹ ਮੁਕਤੀ ਰੂਪ ਕਿਨਾਰੇ 'ਤੇ ਲੱਗ ਜਾਵੇ। ਨਹੀਂ ਤਾਂ ਜਿਸ 84 ਚੋਂ ਨਿਕਲ ਕੇ ਮਨੁੱਖ ਜਾਤੀ ਸਰੀਰ 'ਚ ਆਏ हैं, ਉਸੇ ਵਿੱਚ ਫੇਰ ਨਾ ਪੈਣਾ ਪਵੇ। ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਨੇ ਨਿਤਨੇਮ ਦਾ ਕੀਰਤਨ ਦਾ ਆਨੰਦ ਮਾਣਿਆ ਹੈ। ਅਰਦਾਸ ਵਿੱਚ ਹਾਜ਼ਰੀ ਲਵਾਉਣੀ ਬੜੀ ਜ਼ਰੂਰੀ ਹੈ, ਮਿੱਥ ਕੇ ਲਵਾਉਣੀ ਚਾਹੀਦੀ ਹੈ। ਅਰਦਾਸ ਇੱਕ ਮਨ ਤੇ ਇੱਕ ਚਿੱਤ ਹੋ ਕੇ ਦੋਨੋਂ ਹੱਥ ਛਾਤੀ ਨੂੰ ਸਾਹਮਣੇ ਉਂਗਲਾਂ ਸਮੇਤ ਜੋੜ ਕੇ ਨੇਤਰ ਨੀਵੇਂ ਪਾ ਕੇ ਕਰਨੀ ਚਾਹੀਦੀ ਹੈ। ਸਾਰਿਆਂ ਦੀ ਸੁਰਤ ਅਰਦਾਸ ਨਾਲ ਅੱਖਰਾਂ ਨਾਲ ਜੁੜਨੀ ਚਾਹੀਦੀ ਹੈ। ਆ ਨਵੇਂ ਨਵੇਂ ਰਿਵਾਜ ਪੈਦਾ ਹੋ ਜਾਂਦੇ ਹੈ। ਗ੍ਰੰਥੀ ਸਿੰਘ ਦੀ ਗੁਰੂ ਕਾ ਵਜ਼ੀਰ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ। ਅਰਦਾਸ ਤੋਂ ਪਹਿਲਾਂ ਮਾਇਆ ਵੱਲ ਜਾਓ ਕਿ ਅਰਦਾਸ ਵੱਲ ਜਾਓ। ਸੁਰਤੀ ਲਾਂਭੇ ਨਹੀਂ ਜਾਣੀ ਚਾਹੀਦੀ, ਸਾਰਿਆਂ ਦੀ ਜੁੜਨੀ ਚਾਹੀਦੀ ਹੈ। ਦੋਏ ਕਰ ਜੋੜ ਕਰੂੰ ਅਰਦਾਸ, ਕੁਤ ਭਾਵੇ ਤਾਂ ਆਣੇ ਰਾਸ। ਤੁਧ ਅੱਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਇਹ ਆਦਿਕ ਹੋਰ ਵੀ ਹਵਾਲੇ ਨੇ ਅਰਦਾਸ ਦੇ ਮੁਤਲਕ। ਅੱਜ ਇਹ ਵਿਸ਼ਾ ਨਹੀਂ ਬੋਲਣ ਦਾ। ਜੋ ਅੱਜ ਦਾ ਮਹੀਨਾ ਹੈ ਉਸ ਦੀ ਵਿਚਾਰ ਸਾਰਿਆਂ ਮਿਲ ਜੁਲ ਕੇ ਕਰਨੀ ਹੈ, ਜਿਸ ਵਿੱਚੋਂ ਕਿਨਕਾ ਇੱਕ ਜਹਜੀ ਬਸਾਵੈ, ਤਾਂ ਕਿ ਹਾੜ ਗਰੀਖਮ ਸਗਤੀ ਗਰਮੀ ਵਾਲੀ ਰੁੱਤ। ਸੋ ਇਸ ਪ੍ਰਕਾਰ ਗਰੀਖਮ ਰੁੱਤ ਅਤ ਗਾਖੜੀ, ਜੇਠ ਅਖਾੜੇ ਕਾਮ ਜੀਓ। 2 ਰੁੱਤਾਂ ਲੰਘ ਚੁੱਕੀਆਂ, 4 ਮਹੀਨੇ ਲੰਘ ਚੁੱਕੇ ਆ ਤੇ 5ਵਾਂ ਅੱਜ ਆਰੰਭ ਹੋਇਆ ਤੇ ਤੀਜੀ ਰੁੱਤ ਆਰੰਭ ਹੋਈ ਹੈ। ਇਸ ਪ੍ਰਕਾਰ ਰੁੱਤ ਬਰਸ ਸੁਹੇਲੀਆ, ਸਾਵਣ ਭਾਦਵੇਂ ਆਨੰਦ ਜੀਓ। ਬਾਣੀ ਦੀਆਂ ਪੰਕਤੀਆਂ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਨੇ ਲਿਖੀਆਂ ਨੇ। ਅਗਲੀਆਂ ਫਿਰ ਰੁੱਤਾਂ ਆਰੰਭ ਹੋਣਗੀਆਂ 2-2 ਮਹੀਨੇ ਦੀਆਂ। ਸਰਦ ਰੁੱਤ ਆਵੇਗੀ, ਇਸ ਪ੍ਰਕਾਰ ਫਿਰ ਪਾਵਸ ਰੁੱਤ ਆਵੇਗੀ, ਪਤਝੜ ਰੁੱਤ ਆਵੇਗੀ ਆਦਿਕ। ਇਹ 6 ਰੁੱਤਾਂ ਆਉਣਗੀਆਂ। ਵੱਖਰੇ ਵੱਖਰੇ ਮਹਾਰਾਜ ਰੁੱਤਾਂ ਅਨੁਸਾਰ ਰੁੱਤੀ ਸਲੋਕ ਬਾਣੀ। ਸੋ ਇਸ ਪ੍ਰਕਾਰ 900 ਕੋ 25-30 ਦੇ ਨੇੜ ਤੇ ਲਿਖੀ ਹੋਈ ਹੈ। ਮਹਾਰਾਜ ਸਾਹਿਬ ਉੱਥੋਂ ਪੜ੍ਹ ਲਿਓ। ਇਸ ਪ੍ਰਕਾਰ ਮਹਾਰਾਜ ਸਾਹਿਬ ਕਿਰਪਾ ਕਰਦੇ ਹੈ। ਇਹ ਵਰਖਾ ਰੁੱਤ ਪਾਵਸ ਰੁੱਤ ਅੱਜ ਆਰੰਭ ਹੋਈ ਹੈ। 2 ਮਹੀਨੇ ਇਹ ਰੁੱਤ ਚੱਲੇਗੀ ਤੇ ਮਹੀਨੇ ਅਨੁਸਾਰ ਆਪ ਜੀ ਕੀ ਕਹਿੰਦੇ ਆਰੰਭ ਵਾਲੀ ਪੰਕਤੀ। ਸੋ ਸਾਵਣ ਸਰਸੀ ਕਾਮਣੀ, ਚਰਨ ਕਵਲ ਸੋ ਪਿਆਰ, ਸਹਿਤ ਰਸ ਦੇ। ਅਦਕਤਾ ਨੂੰ ਪ੍ਰਾਪਤ ਹੋਣ ਵਾਲੀ ਕਾਮਣੀ ਇਸਤਰੀ, ਸਾਡੇ ਸਰੀਰ ਰੂਪੀ ਸਾਡੀ ਬੁੱਧੀ, ਪਤੀ ਹੈ ਪਰਮੇਸ਼ਰ ਨਿਰੰਕਾਰ, ਸਾਰਿਆਂ ਦਾ ਸਰਵ ਵਿਆਪੀ। ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਲ ਸਵਾਈ। ਕਹੋ ਕਬੀਰ ਹਮ ਵਿਆਹੇ ਚੱਲੇ ਹੈ, ਪੁਰਖ ਏਕ ਭਗਵਾਨਾ। ਕਿੰਨੇ ਕੁ ਵਿਆਹੇ ਗਏ ਉਸ ਪੁਰਖ ਪਤੀ ਦੇ, ਕਿੰਨੇ ਕੁ ਦੜ ਲੱਗੇ ਹੋ ਤੇ ਕਿੰਨੇ ਲੱਗਣ ਵਾਲੇ ਹੋ। ਅਜੇ ਪੰਕਤੀ ਸੁਣ ਲਈ ਹੈ, ਕੰਨਾਂ ਦੇ ਲਾਗੋਂ ਦੀ ਲੰਘ ਜਾਵੇ ਤੇ ਬਹੁਤਾ ਠੀਕ ਨਹੀਂ। ਸਾਹਮਣੇ ਆਇਆ ਹੈ ਸਖੀ, ਜਲ ਹਰ ਬਰਕਣ ਹਾਰ, ਸੁਖ ਸਵਣ ਸੁਹਾਗਣ ਜਿਨ ਸਹਿ ਨਾਲ ਪਿਆਰ। ਸੋ ਮੇਮੋਰੀ ਰੁਣ ਜੁਣ ਲਾਇਆ, ਭੈਣੇ ਸਾਹਮਣੇ ਆਇਆ। ਸਾਹਮਣੇ ਦੇ ਮੁਤਲਕ ਹੋਰ ਵੀ ਬਹੁਤ ਕੁਛ ਹੈ। ਜਿਹੜੀ ਗਰੀਖਮ ਰੁੱਤ ਲੰਘੀ ਹੈ ਗਰਮੀ ਵਾਲੀ, ਸਰੋਵਰਾਂ ਵਿੱਚੋਂ ਛੱਪੜਾਂ ਵਿੱਚੋਂ ਪਾਣੀ ਸੁੱਕ ਜਾਂਦਾ ਹੈ। ਉਦੋਂ ਆਮ ਟਿਊਬਵੈੱਲ ਜਾਂ ਨਹਿਰਾਂ ਨਹੀਂ ਸੀ ਹੁੰਦੀਆਂ। ਸਮੇਂ ਅਨੁਸਾਰ ਬਦਲੀ ਆਈ ਹੈ, ਗਾਂ ਹੋਰ ਆਵੇ। ਥੋੜ੍ਹਾ ਜਲ ਰਹਿ ਜਾਂਦਾ ਹੈ। ਪਸ਼ੂ ਪੰਛੀ ਜਾਨਵਰ ਮੱਛੀਆਂ, ਪਾਣੀ ਦੇ 42 ਲੱਖ ਜੂਨ ਜੀਵ। ਸਮੁੰਦਰ ਤੇ ਅਥਾਹ ਹੈ, ਡੂੰਘਾ ਹੈ, ਪਰ ਉਹ ਬੜੇ ਦੁਖੀ ਹੁੰਦੇ ਨੇ ਕੁਝ ਕਰਨ ਵਾਸਤੇ ਧਰਤੀ ਨੂੰ। ਸੋ ਬੱਦਲ ਆਉਂਦਾ ਆਕਾਸ਼ ਵਿੱਚ ਤੇ ਬਾਰਿਸ਼ ਹੁੰਦੀ ਹੈ ਤੇ ਸਿਆਣੇ ਚੇਤੇ ਕਰ ਲੈਂਦੇ ਵੀ ਹੁਣ ਬੱਦਲ ਚੜ੍ਹਿਆ, ਘਾਟ ਚੜ੍ਹੀ ਹੈ, ਬਾਰਿਸ਼ ਹੋਵੇਗੀ। ਇਹ ਜਿਹੜੀ ਔੜ ਲੱਗੀ ਧਰਤੀ ਦੀ ਇਹ ਦੂਰ ਹੋਵੇਗੀ। ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਨਿਰਣਾ ਕਰ ਲਿਆ ਸਿਆਰਿਆਂ ਨੇ। ਉੱਚੇ ਘਰ ਆਕਾਸ਼ ਵਿੱਚ ਬੱਦਲ ਆ ਗਿਆ ਹੈ ਤੇ ਖੇਤਾਂ ਦੀਆਂ ਮਿਆਲਾਂ ਜਿਹੜੀਆਂ ਵੱਟਾਂ ਸਾਡੀਆਂ ਉਹ ਲੀਹਾਂ ਨਾਲ ਟੁੱਟੀਆਂ ਹੋਈਆਂ, ਨੱਕਿਆਂ ਨਾਲ ਟੁੱਟੀਆਂ ਹੋਈਆਂ। ਦੁਨੀਆ ਦੇ ਲੋਕ ਬੱਦਲ ਵੇਖ ਕੇ, ਘਟਾਂ ਲੱਗੀਆਂ ਵੇਖ ਕੇ ਘਰ ਨੂੰ ਭੱਜਦੇ ਹੈ ਤੇ ਜ਼ਿਮੀਂਦਾਰ ਮੋਢਿਆਂ ਦੇ ਕਈਆਂ ਰੱਖ ਕੇ ਬਾਹਰ ਨੂੰ ਭੱਜਦੇ ਹੈ। ਖੇਤਾਂ ਦੀਆਂ ਵੱਟਾਂ ਸਾਂਭ ਲਈਏ ਕਿ ਪਾਣੀ ਦੀ ਬੂੰਦ ਲਾਂਭੇ ਨਾ ਰੁੜ ਜਾਵੇ। ਖੇਤ ਹੈ ਸਾਡਾ ਹਿਰਦਾ, ਵੱਟਾਂ ਹੈ ਸਾਡੀਆਂ ਬਿਰਤੀਆਂ।
ਮਿਆਲਾਂ ਬਿਰਤੀਆਂ ਭਾਵ ਇਹ ਵਟਾਂ ਨੇ। ਇਹਨਾਂ ਨੂੰ ਚਿੱਤ ਬਿਰਤੀ ਨੂੰ ਕਾਗਰ ਕਰਕੇ ਮਨ ਬੜਾ ਸ਼ੈਤਾਨ ਹੈ, ਮਨ ਬੜਾ ਤੇਜ਼ ਹੈ। ਵਸ ਆਣੇ ਹੋਵੇ ਇਸ ਮਨ ਕੋ, ਮਨ ਬਾਸੇ ਜਿਉ ਨਿਤ ਭਾਉਂਦੇ ਆ। ਗਸ਼ੇਣ ਨੈਣ ਭਰੇਣ ਬਿਨਾ ਸਾਧੂ ਨਾ ਸਿੱਧ ਤੇ ਗਸਤੀ ਕਰ ਆਉਂਦਾ। ਸਾਰੇ ਵਰਲਡ ਦੀ ਅੱਖ ਮੀਟ ਕੇ ਖੋਲ੍ਹ ਜਿਹੜੇ ਸਮੇਂ 'ਚ ਇਸ ਪ੍ਰਕਾਰ ਇੱਧਰ ਧਿਆਨ ਨਾ ਜਾਵੇ, ਉੱਧਰ ਧਿਆਨ ਨਾ ਜਾਵੇ। ਸੁਰਤੀ ਬਿਰਤੀ ਇਹ ਵੱਟਾਂ ਨੂੰ ਸਾਂਭ ਲਈਏ, ਉੱਚੀਆਂ ਕਰ ਲਈਏ, ਬਿਰਤੀ ਨੂੰ ਸਾਂਭ ਲਈਏ। ਹਿਰਦੇ ਦੀ ਲੱਗੀ ਔੜ 84 ਲੱਖ ਜੂਨ ਦੀ ਪੁਰਾਣੀ ਜੰਮਣ ਵਰਨ ਵਾਲੀ ਉਹ ਦੂਰ ਕਰ ਲਈਏ। ਇਹ ਮੌਕਾ ਹੈ, ਨਿਰਣਾ ਹੋ ਗਿਆ ਕਿ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਬੱਦਲ ਰੂਪ ਹੋ ਕੇ ਆਏ ਨੇ। ਗੁਰਬਾਣੀ ਦੀ ਕਥਾ ਕੀਰਤ ਰੂਪੀ ਵਰਖਾ ਹੋਵੇਗੀ ਅਤੇ ਹਿਰਦੇ ਭਾਵ ਸਰ ਸਬਜ਼ ਹੋਣਗੇ, ਔੜ ਦੂਰ ਹੋਵੇਗੀ। ਜਿਸ ਪ੍ਰਕਾਰ ਪਾਣੀ ਦੇ ਸੁੱਕ ਜਾਣ ਤੋਂ ਪਾਣੀ ਵਿੱਚ ਕਬਲ ਫੁੱਲ ਆਦਿਕ ਹੋਰ ਫੁੱਲ ਹੁੰਦੇ ਨੇ, ਮੁਰਝਾ ਜਾਂਦੇ ਨੇ। ਹਵਾ ਦੇ ਚੱਲਣ ਤੋਂ ਥਾਂ ਝੁਕ ਜਾਂਦੇ ਨੇ, ਚਿੱਕੜ ਨਾਲ ਲਿਬੜ ਜਾਂਦੇ ਨੇ। ਪੰਕਜ ਫਾਦੇ ਪੰਖ ਮਹਾਂ ਬਗ ਗੁੰਫਿਆ, ਅੰਗ ਸੰਗ ਉਰਝਾਏ ਬਿਸਰ ਤੇ ਸੌਂਫਿਆ। ਹੈ ਕੋਈ ਐਸਾ ਮੀਰ ਜੇ ਤੋੜੇ ਬਿਖਮ ਗਾਂਠ, ਨਾਨਕ ਇੱਕ ਸ੍ਰੀ ਤਰਨਾਥ ਜੇ ਟੂਟੇ ਲੈ ਸਾਂਠ। ਪੰਖ ਚਿੱਕੜ ਨਾਲ ਪੰਕੜੀਆਂ ਲਿਬੜ ਗਈਆਂ, ਖੁੱਭ ਗਈਆਂ ਨੇ। ਕੌਣ ਵਿਖਮ ਕਠਿਨ ਔਖੀ ਗੰਢ ਤੋੜ ਦੇਵੇ। ਯਤਨ ਕਰੋਗੇ ਖੰਭ ਟੁੱਟ ਜਾਣੇ ਹੈ, ਪੰਖ ਟੁੱਟ ਜਾਣੇ ਹੈ, ਪੰਕੜੀਆਂ ਟੁੱਟ ਜਾਣੀਆਂ ਨੇ, ਕੁਮਲਾ ਜਾਣੀਆਂ, ਮੁਰਝਾ ਜਾਣੀਆਂ। ਕਿੱਦਾਂ ਦੂਰ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਔਖੀ ਗੰਢ ਨੂੰ ਤੋੜਨ ਲਈ ਕਾਸ਼ ਵਿੱਚ ਬੱਦਲ ਆ ਜਾਵੇ ਅਤੇ ਨਿੱਕੀਆਂ ਫਿਰ ਆਪਣੀ ਤਹਿਕ ਨੂੰ ਪ੍ਰਾਪਤ ਹੋ ਸਕਦਾ ਹੈ। ਸਾਡੀਆਂ ਵਾਛਨ ਰੂਪੀ ਪੰਕੜੀਆਂ ਇਹ ਮੋਹ ਰੂਪੀ ਚਿੱਕੜ 'ਚ ਫਸੀਆਂ ਹੋਈਆਂ। ਸਰੀਰ ਦਾ ਮੋਹ, ਸਰੀਰ ਸੰਬੰਧੀਆਂ ਦਾ ਮੋਹ, ਜਾਇਦਾਦਾਂ ਦਾ ਮੋਹ, ਕੁਰਸੀ ਦਾ ਮੋਹ ਸਭ ਤੋਂ ਜ਼ਿਆਦਾ ਹੈ। ਬਹੁਤਿਆਂ ਨੂੰ ਲੱਗਾ ਹੋਇਆ, ਖੱਬ ਖੱਬ ਮਰੀ ਜਾਂਦੇ, ਤੰਗ ਦੁਖੀ ਹੋਈ ਜਾਂਦੇ ਹੈ, ਦੂਜਿਆਂ ਨੂੰ ਕਰੀ ਜਾਂਦੇ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਕਿਰਪਾ ਕਰਨ ਅਤੇ ਇਹਨਾਂ ਲਾਲਚੀਆਂ ਤੋਂ ਸਾਨੂੰ ਬਚਾਉਣ ਅਤੇ ਬਚਾਉਣ ਵਾਸਤੇ ਮਹਾਰਾਜ ਸਾਹਿਬ ਨੂੰ ਗੁਰੂ ਕੀ ਬਾਣੀ ਪਰਮੇਸ਼ਰ ਦਾ ਨਾਮ ਹੀ ਹੈ। ਜੇ ਨਾਮ ਬਖਸ਼ ਕਰਨਗੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਇਹ ਤਾਂ ਆਦਿਕ ਹਾਲਾਤ ਹੋਵੇਗੀ, ਉਹ ਦੁੱਖ ਤੋਂ ਬਚੋ, ਨਹੀਂ ਤੇ ਦੁੱਖਾਂ ਦੇ ਪਹਾੜ, ਦੁੱਖੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਸਿਓ ਕੋਈ ਦੀ ਹਾਲਾਤ ਹੋਵੇਗੀ। ਇਸ ਪ੍ਰਕਾਰ ਗੁਰਮੁਖੋ ਸਾਵਣ ਵਰਸਦਾ ਹੈ, ਬਰਸਦਾ ਹੈ। ਨਾਨਕ ਸਾਵਣ ਨਾਮ ਆਨੰਦ ਦਾ ਸਰਸੀ ਸਹਿਬ ਅਦਕਤਾ ਦੇ ਕਾਮਣੀ ਇਸਤਰੀ ਜੀਵ ਰੂਪੀ। ਸਾਵਣ ਸਰਸ ਮਨਾ ਘਣ ਵਰਸੇ ਰੋ ਤੇ ਆਏ। ਮੈਂ ਮਨ ਤਨ ਸੋ ਪਾਵੈ ਫਿਰ ਪਰਦੇਸ ਛੁਡਾਏ। ਇਹ ਬਚਨ ਸਾਵਣ ਮਹੀਨੇ ਦੇ ਮੁਤਲਕ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ ਕੀਤੇ ਨੇ। ਇਸ ਪ੍ਰਕਾਰ ਸਤਿਗੁਰੂ ਕਿਰਪਾ ਕਰਨ ਹਰ ਪੰਕਤੀ ਵਿੱਚ ਬੜਾ ਵੱਡਾ ਇਤਿਹਾਸ ਹੈ। ਨਾਨਕ ਸਾਵਣ ਜੈਵਸ਼ੈ ਚਾਹਾਂ ਅਮਾਹਾ ਹੋਏ। ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ। ਨਾਨਕ ਸਾਵਣ ਜੈਵਸ਼ੈ ਚਾਹਾਂ ਉਮਾਹਾ ਹੋਏ। ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ। ਉਮਾਹਾ ਨਾਮ ਹੈ ਚਾਰ, ਖੁਸ਼ੀ ਪੈਦਾ ਹੁੰਦੀ ਹੈ। ਬਾਰਿਸ਼ ਪੈਣ ਨਾਲ ਔੜ ਲੱਗੀ ਹੋਈ ਸੀ। ਨਾਗ ਖੁੱਡਾਂ 'ਚ ਵਿਉ ਨਾਲ ਗਰਮੀ ਨਾਲ ਤਪਦੇ ਅਤੇ ਸੜਦੇ ਸੀ। ਬਾਹਰ ਨਿਕਲ ਕੇ ਜਲ ਸਕਦੇ ਨੇ, ਠੰਡੀ ਹਵਾ ਚੱਲਦੀ ਹੈ, ਫਨ ਖਿਲਾਰਦੇ ਨੇ, ਡੇੜਦੇ ਨੇ, ਖੁਸ਼ ਹੁੰਦੇ। ਨਾਗਾਂ ਮਿਰਗਾਂ, ਮਿਰਗ ਹਰਨ ਅਰਕ ਪਿਆਸ ਲੱਗਦੀ ਹੈ, ਰੇਤ ਚੰਮਦੀ ਹੈ, ਦੌੜਾਂ ਲਾਉਂਦਾ, ਫਿਰ ਅੱਗੇ ਤੋਂ ਅੱਗੇ ਵਧੀ ਜਾਂਦੀ ਹੈ, ਤੜਫ ਮਰ ਜਾਂਦਾ ਹੈ। ਪਾਣੀ ਹਰ ਇੱਕ ਨੂੰ ਲੋੜ ਹੈ। ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਈ। ਕੋਈ ਕਿਸੇ ਭੋਜਨ ਪਦਾਰਥ ਖਾਣ ਤੋਂ ਬਿਨਾਂ ਕੁਝ ਮਹੀਨੇ ਜਿਉਂਦਾ ਰਹਿ ਸਕਦਾ, ਪਰ ਜਲ ਤੋਂ ਬਿਨਾਂ ਮੁਸ਼ਕਿਲ ਹੈ। ਕਿ ਮਾਲਕ ਦਾ ਨਾਮ ਹੋਵੇ ਕੋਲ। ਰਾਮਪੁਰ ਖੇੜੇ ਵਾਲੇ ਮਹਾਤਮਾ ਸਤ ਬਾਬਾ ਹਰਨਾਮ ਸਿੰਘ ਜੀ ਨੇ ਪੰਕਤੀਆਂ ਪੜ੍ਹੀਆਂ। ਭੁੱਖੇ ਕੋ ਦੇਵ ਆਧਾਰ ਬਾਣੀ ਦੀਆਂ ਸੁਖਮਨੀ ਸਾਹਿਬ ਰੋਜ਼ ਪੜ੍ਹਦੇ ਸੀ। ਇਹ ਨਾਮ ਪਾਣੀ ਦਾ ਕੰਮ ਵੀ ਕਰਦਾ ਹੈ, ਪ੍ਰਸ਼ਾਦੇ ਦਾ ਕੰਮ ਵੀ ਕਰਦਾ ਹੈ, ਭੁੱਖੇ ਨੂੰ ਆਸਰਾ ਵੀ ਦਿੰਦਾ ਹੈ। ਅਜਮਾ ਨਾ ਲਈਏ। ਅਰਦਾਸ ਕਰ ਲਈ 40 ਦਿਨਾਂ ਲਈ, ਖਾਣਾ ਵੀ ਨਹੀਂ ਅਤੇ ਪੀਣਾ ਵੀ ਨਹੀਂ। ਬੜੀ ਮੁਸ਼ਕਿਲ ਗੱਲ ਹੈ। ਅਤੇ ਸੇਵਾਦਾਰ ਨੂੰ ਕਹਿੰਦੇ ਵੀ ਝਾਤੀ ਮਾਰ ਛੱਡਿਆ ਕਰੀ, ਪਰ ਸਾਡਾ ਦਰਵਾਜ਼ਾ ਖੋਲ੍ਹਣਾ ਨਹੀਂ। ਕਿਸੇ ਕਿਰਿਆ ਲਈ ਆਪੇ ਬਾਹਰ ਨਿਕਲਾਂਗੇ ਲੋੜ ਪੈਣ ਤੋਂ। ਅਤੇ ਜੇ ਸਰੀਰ ਛੱਡ ਗਏ ਤਾਂ ਹੱਥ ਪਾ ਕੇ ਕੁੰਡਾ ਖੋਲ੍ਹ ਲਵੀਂ, ਸਰੀਰ ਰੁਲਦਾ ਨਾ ਰਹੇ। ਸੰਸਕਾਰ ਕਰਦੇ ਕਿੰਨਾ ਮਨ ਨੂੰ ਮਾਰਿਆ ਸੀ। ਅਤੇ 40 ਦਿਨ ਨਾ ਕੁਝ ਪੀਤਾ ਅਤੇ ਨਾ ਕੁਝ ਖਾਧਾ।
ਤੇ ਸੇਵਕਾਂ ਨੇ ਪੁੱਛਿਆ, ਕਹਿੰਦੇ ਲੋੜ ਹੀ ਨਹੀਂ ਪਈ, ਆਤਮਾ ਨੇ ਮੰਗੇ ਕੁਝ ਨਹੀਂ, ਪਰਮੇਸ਼ਰ ਦੇ ਨਾਮ ਦਾ ਇੰਨਾ ਆਸਰਾ ਹੈ। ਹਰ ਕੇ ਨਾਮ ਬਿਨਾ ਦੁਖ ਪਾਵੈ, ਭਗਤ ਬਿਨਾ ਸਹਿਸਾ ਨਹੀਂ ਚੁੱਕੇ, ਗੁਰਦੇ ਵੇਦ ਭੇਦ ਬਤਾਵੈ। ਮਿਰਗ ਜਾਨਵਰ ਵੀ ਬਾਹਰ ਨਿਕਲਦੇ ਨੇ, ਪਾਣੀ ਪੀਣ ਨੂੰ ਮਿਲਦਾ ਹੈ, ਠੰਡੀ ਹਵਾ ਮਿਲਦੀ ਹੈ, ਚੁੰਗੀਆਂ ਮਾਰਦੇ ਨੇ, ਖੁਸ਼ੀਆਂ ਮਨਾਉਂਦੇ ਨੇ। ਨਾਗਾਂ, ਮਿਰਗਾਂ, ਮੱਛੀਆਂ, ਮੱਛੀ ਜਿੰਨਾ ਪਾਣੀ ਜ਼ਿਆਦਾ ਹੋਵੇ ਓਨੀ ਖੁਸ਼ ਹੁੰਦੀ ਹੈ। ਜੋ ਥੋੜ੍ਹੇ ਜਲ ਮਾਛਲੀ ਕਰਨ ਪਲਾਹ ਕਰੇ, ਕੀਰਣੇ ਪਾਉਂਦੀ ਹੈ, ਦੁਖੀ ਹੁੰਦੀ ਹੈ, ਚਿੱਕੜ 'ਚ ਲਿਬੜ ਜਾਂਦੀ ਹੈ, ਲੋਕ ਫੜ ਫੜ ਖਾ ਜਾਂਦੇ ਹੈ। ਮੱਛੀ ਨੂੰ ਬੜੀ ਖੁਸ਼ੀ ਹੁੰਦੀ ਹੈ। ਅਤੇ ਰਸੀਆਂ ਜੇ ਘਰ ਧਨ ਹੋਏ, ਰਸੀਆਂ ਰਸਾਂ ਨੂੰ ਲੈਣ ਵਾਲੇ ਜਿਨ੍ਹਾਂ ਦੇ ਘਰ ਧਨ ਹੈ, ਰਸ ਲੈਣਾ ਤਾਂ ਸਾਰੇ ਚਾਹੁੰਦੇ ਹੈ, ਵੀ ਜੇ ਘਰ ਧਨ ਹੀ ਨਹੀਂ, ਜੇਬ 'ਚ ਪੈਸੇ ਨਹੀਂ, ਰਸ ਕਿੱਥੋਂ ਲੈ ਲਵੇਗਾ। ਸ਼ਬਦ ਸਪਰਸ ਰੂਪ ਰਸ ਸੁਰਗੰਧ ਅਤੇ ਹੋਰ ਵੀ 9 ਰਸ ਵੱਖਰੇ ਵੱਖਰੇ ਮੰਨੇ ਫਾਸਾ ਖੋਲ੍ਹਦਿਆਂ ਸਮਾਂ ਲੱਗਦਾ ਹੈ। ਇਹ ਬੜੀਆਂ ਖੁਸ਼ੀਆਂ ਮਨਾਉਂਦੇ ਨੇ, ਪਦਾਰਥ ਮੰਗਾਉਂਦੇ ਨੇ, ਛਕਦੇ ਨੇ, ਕਬਾਬ ਮੰਗਾਉਂਦੇ ਨੇ, ਸ਼ਰਾਬਾਂ ਪੀਂਦੇ ਨੇ, ਇਸ ਆਦਿਕ ਰਸਾਂ ਨੂੰ ਲੈ ਕੇ ਖੁਸ਼ੀਆਂ ਮਨਾਉਂਦੇ ਨੇ। ਖਡੂਰ ਸਾਹਿਬ ਦੀ ਧਰਤੀ ਹੈ, ਗੁਰੂ ਅੰਗਦ ਸਾਹਿਬ ਜੀ ਦਾ ਵਾਸਾ ਸੀ। ਉੱਥੇ ਮਲੂਕਾ ਚੌਧਰੀ ਪਿੰਡ ਦਾ, ਉਸ ਨੂੰ ਮਿਰਗੀ ਪਿਆ ਕਰਦੀ, ਸ਼ਰਾਬ ਬੜੀ ਪੀਂਦਾ ਸੀ। ਬੜੇ ਦੇਵੀਆਂ ਦੇਵਤੇ ਮਨਾਏ, ਕਿਸੇ ਨੇ ਦੱਸਿਆ ਗੁਰੂ ਅੰਗਦ ਸਾਹਿਬ ਦੀ ਚਰਨੀ ਪਿਆ, ਜੇ ਤੁਸੀਂ ਕਿਰਪਾ ਕਰਕੇ ਹਟਾ ਦਿਓ। ਕਹਿੰਦੇ ਜੇ ਨਿਕੰਮੀ ਸ਼ਰਾਬ ਪੀਣੀ ਛੱਡ ਦੇਵੇਂ, ਤੇਰੀ ਮਿਰਗੀ ਹਟ ਜਾਊ। ਸਤ ਬਚਨ ਜੀ, ਹੋਰ ਕੀ ਚਾਹੀਦਾ ਹੈ। ਕਿ ਜਦੋਂ ਪੀ ਲਈ ਉਦੋਂ ਫਿਰ ਬਚਾ ਨਹੀਂ ਹੋਣਾ, ਇਹ ਵੀ ਯਾਦ ਰੱਖੀ। ਛੱਡ ਦਿੱਤੀ ਜੀ ਅੱਜ ਤੋਂ, ਨਹੀਂ ਪਈ ਮਿਰਗੀ। ਕਾਫੀ ਸਮਾਂ ਲੰਘਿਆ, ਇਸ ਤਰ੍ਹਾਂ ਹੀ ਸਾਹਮਣੇ ਆਇਆ। ਬਰਖਾ ਹੋਈ, ਹਵਾ ਚੱਲੀ, ਚਿੱਤ ਕਰ ਆਇਆ, ਹੁਣ ਰਸ ਲਈਏ ਸ਼ਰਾਬ ਦਾ। ਗੁਰੂ ਕਿਹੜਾ ਵਹਿੰਦਾ ਹੈ, ਭੁੱਲ ਗਿਆ। ਥੋੜ੍ਹੀ ਪੀ ਲਈ ਚੋਰੀ ਕਰਕੇ, ਨਪਵੇ ਵਿੱਚ ਆਏ, ਫਿਰ ਕੋਠੇ ਚੜ੍ਹ ਕੇ, ਓਏ ਅੰਗਤਾ ਮੈਂ ਪੀਤੀ ਉਹ, ਅੱਜ ਨਹੀਂ ਰਿਹਾ ਗਿਆ। ਕਬੋਲ ਬੋਲਣ ਲੱਗ ਗਿਆ। ਹਜ਼ੂਰ ਕਹਿੰਦੇ ਬਚਨਾਂ ਦੀ, ਸ਼ਬਦਾਂ ਦੀ ਬੱਧੀ ਸੀ, ਛੱਡ ਦਿੰਦੇ ਹਾਂ। ਜਦੋਂ ਰਸਨਾ ਤੋਂ ਛੱਡ ਦਿੱਤੀ, ਉਹ ਮਿਰਗੀ ਜਾ ਕੇ ਪਈ, ਤੜਫਦਾ ਕੋਠੇ ਤੋਂ ਡਿੱਗਾ, ਸਿਰ ਪਾਟ ਗਿਆ ਅਤੇ ਹਰੀ ਹਰ ਹੋ ਗਿਆ। ਇਸ ਪ੍ਰਕਾਰ ਜਦ ਪੀਤੇ ਮਤ ਬਿਸਰੇ, ਬਰਲ ਪਵੇ ਵਿੱਚ ਆਏ, ਆਪਣਾ ਪੁਰਾਣਾ ਪਛਾਣੀ, ਖਸਮੋਂ ਧੱਕੇ ਖਾਏ। ਜਿਤ ਪੀਤੇ ਖਸਮ ਵਿਸਰੇ, ਦਰਗਾਹ ਮਿਲੇ ਸਜਾਏ, ਝੂਠਾ ਮਦ ਮੂਲ ਨ ਪੀਤੀ, ਜੇ ਕਾ ਪਾਰ ਵਸਾਏ। ਜਿੱਥੋਂ ਤੱਕ ਵਾਹ ਚੱਲੇ। ਮਰਦਾਨਾ ਜੀ ਮਰਾਸੀ ਬਰਾਦਰੀ ਹੈ, ਮੁਸਲਮਾਨੀ ਮੱਤ ਹੈ, ਅਤੇ ਗੁਰੂ ਨਾਨਕ ਪਾਤਸ਼ਾਹ ਨਾਲੋਂ 10 ਸਾਲ ਵੱਡਾ ਸੀ। ਸਾਰੀ ਆਦੂ ਨਾਲ ਹੀ ਨਿਭਾ ਦਿੱਤੀ। ਪੀੜ੍ਹੀ ਦਰ ਪੀੜ੍ਹੀ ਮਹਾਂਪੁਰਖਾਂ ਤੋਂ ਸੁਣਿਆ ਹੈ ਕਿ ਪਿਛਲੇ ਜਨਮ 'ਚ ਬੜੀ ਬੰਦਗੀ ਸੀ, ਬੜਾ ਤਪ ਸਾਧਨ ਸੀ। ਬਿਰਧ ਹੋ ਗਿਆ ਸੀ ਬੰਦਗੀ ਕਰ ਕਰਕੇ, ਨਮੋਨੀਆ ਹੋ ਗਿਆ, ਸਰਦੀ ਲੱਗ ਗਈ, ਬੇਹੋਸ਼ੀ ਆ ਗਈ। ਅਤੇ ਕਿਸੇ ਨਿਕੰਮੇ ਨੇ ਸਲਾਹ ਦੇ ਦਿੱਤੀ ਵੀ ਬਰਾਂਡੀ ਸ਼ਰਾਬ ਇਹਦੇ ਮੂੰਹ 'ਚ ਪਾਓ, ਗਰਮ ਹੁੰਦੀ ਹੈ। ਮਰਨ ਦੇ ਸਮੇਂ ਮੂੰਹ ਸ਼ਰਾਬ ਪਾਤੀ, ਫਿਰ ਮੁਕਤੀ ਨਾ ਮਿਲੀ, ਅਤੇ ਮੁਸਲਮਾਨਾਂ ਅਤੇ ਮਰਾਸੀਆਂ ਦੇ ਘਰ ਜਨਮ ਹੋਇਆ। ਪਿਛਲੀ ਬੰਦਗੀ ਦੇ ਕਾਰਨ ਫਿਰ ਗੁਰੂ ਨਾਨਕ ਪਾਤਸ਼ਾਹ ਦਾ ਮਿਲਾਪ ਹੋਇਆ ਅਤੇ ਮੁਕਤ ਹੋਇਆ, ਭਾਈ ਭਗਤ ਨੂੰ ਪ੍ਰਾਪਤ ਹੋਇਆ। ਅਸੀਂ ਚਾਵਾਂ ਨਾਲ, ਖੁਸ਼ੀਆਂ ਨਾਲ ਰੋਜ਼ ਹੀ ਪੀ ਜਾਈਏ, ਬਚਾ ਕਿਸ ਤਰ੍ਹਾਂ ਹੋਊ ਜੇ ਗੁਰੂ ਦਾ ਬਚਨ ਨਹੀਂ ਮੰਨਣਾ। ਤੇ ਵੀ ਦਾਸ ਨੇ ਕਿਹੜੀਆਂ ਵੋਟਾਂ ਲੈਣੀਆਂ ਵੀ ਛੱਡ ਦਿਓ ਕਿ ਮੇਰੀਆਂ ਵੱਧ ਜਾਣਗੀਆਂ। ਬਾਣੀ ਦੇ ਇਤਿਹਾਸ ਦੇ ਪ੍ਰਮਾਣ ਤੁਹਾਡੇ ਸਮੱਖ ਰੱਖੇ ਨੇ। ਜਿਨ੍ਹਾਂ ਕੋਲ ਧਨ ਹੈ ਉਹ ਰਸ ਲੈਣ ਲਈ ਕਬਾਬ, ਸ਼ਰਾਬ, ਹੋਰ ਮਨੋਰੰਜਨਾ। ਨਾਨਕ ਸਾਹਮਣੇ ਜੇ ਵਸੈ, ਚੌਹਾਂ ਵਿਛੋੜਾ ਹੋਏ। ਗਾਈ ਪੁੱਤਾਂ ਨਿਰਧਨਾ, ਪੰਥੀ ਚਾਕਰ ਹੋਏ। ਵਿਸਾਰ ਪੰਕਤੀਆਂ ਮੰਗਦੀਆਂ ਪਰ ਘੜੀ ਆਗੇ ਨਹੀਂ ਦਿੰਦੀ। ਗਾਈ ਪੁੱਤਾਂ ਬਲਦਾਂ ਨੂੰ ਖੁੱਲ੍ਹੇ ਚੁਗਦੇ ਫਿਰਦਿਆਂ ਨੂੰ ਵਗ ਜੋ ਪਕੜ ਕੇ ਹਰੀ ਜੋ ਲੈਂਦੇ ਨੇ। ਵੱਤਰ ਆਇਆ, ਪੈੜੀ ਗਿੱਲੀ ਹੋਈ ਹੈ, ਵਾਹ ਲਈਏ। ਗਾਈ ਪੁੱਤਾਂ ਨਿਰਧਨ, ਨਿਰਧਨ ਕੰਗਾਲ, ਗਰੀਬ ਵਿਚਾਰੇ, ਦਿਹਾੜੀ ਕਰਕੇ ਖਾਣ ਵਾਲੇ। ਮੀਂਹ ਬਾਰਿਸ਼ ਪੈ ਗਈ ਹੈ ਅਤੇ ਕੰਮ ਬੰਦ ਹੋ ਗਿਆ, ਉਹ ਵੀ ਦੁਖੀ, ਬਲਦ ਵੀ ਦੁਖੀ। ਗਾਈ ਪੁੱਤਾਂ ਨਿਰਧਨ, ਪੰਥੀ ਰਸਤੇ ਜਾਣ ਵਾਲਾ, ਰਾਹ ਭਰ ਗਿਆ, ਪਾਣੀ ਭਰ ਗਿਆ, ਚਿੱਕੜ ਹੋ ਗਿਆ। ਗੱਡਿਆਂ ਘੋੜਿਆਂ ਵਾਲੇ, ਤੁਰਨ ਵਾਲੇ, ਉਹ ਵੀ ਦੁਖੀ ਹੋ ਗਏ। ਗਾਈ ਪੁੱਤਾਂ ਨਿਰਧਨਾ, ਪੰਥੀ ਚਾਕਰ, ਚਾਕਰ ਨੌਕਰ, ਨੌਕਰ ਬਗਾਨੇ, ਮਰਜ਼ੀ ਗਾਹਦੀ। ਆਪ ਦੇ ਰਸਾਂ ਨੂੰ ਲੈਣ ਲਈ ਅੰਦਰ ਵੜ ਕੇ ਬਹਿ ਜਾਂਦੇ ਅਤੇ ਨੌਕਰ ਨੂੰ ਭਜਾਈ ਫਿਰਦੇ। ਸੰਤ ਸਾਜਨ ਭਏ ਸਰਸੇ, ਟਬਲਾ ਲਾਉਣ ਵਾਲੇ, ਦੁਕਾਨਾਂ ਖੋਲ੍ਹਣ ਵਾਲੇ ਕਹਿੰਦੇ ਸਰਸੇ 'ਚ ਹੀ ਹੋਣੇ ਆ। ਸਰਸੀ ਕਾਮਨੀ ਕਿੱਥੇ ਹੋਣੀ ਹੈ, ਇਹ ਵੀ ਪੁੱਛ ਲਿਆ ਕਰੋ ਉਹਨਾਂ ਨੂੰ। ਇਸ ਪ੍ਰਕਾਰ ਸਾਹਮਣ ਸਰਸੀ ਕਾਮਣੀ ਕਿਹੜੀ, ਜਿਹਦਾ ਚਰਨ ਕਮਲ ਸਿਉ ਪਿਆਰ। ਗੁਰੂ ਕੇ ਚਰਨਾਂ ਨਾਲ ਜਿਹਦਾ ਪਿਆਰ ਹੈ, ਅਤੇ ਗੁਰੂ ਦਾ ਤਾਂ ਸਰੀਰ ਹੀ ਕੋਈ ਨਹੀਂ, ਉਹ ਨਿਰੰਕਾਰ ਹੈ।
ਉਹਦੇ ਚਰਨ ਨੇ, ਉਸ ਦਾ ਸ਼ਬਦ, ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਿਆਰ। ਚਰਨਾਂ ਨਾਲ ਪਿਆਰ, ਸ਼ਬਦ ਨਾਲ ਪਿਆਰ। ਉਹ ਸ਼ਬਦ ਹੈ ਮੂਲ ਮੰਤਰ ਤੇ ਗੁਰ ਮੰਤਰ। ਕਮਲ ਸਰੀਖੇ ਜਿਹੜੇ ਚਰਨ ਨੇ, ਸ਼ਬਦ ਰੂਪੀ ਨਾਮ ਰੂਪੀ ਹਿਰਦੇ 'ਚ ਉਹੀ ਵਸ ਸਕਦੇ, ਹੋਰ ਕੁਝ ਨਹੀਂ। ਧਿਆਨ ਵਸ ਸਕਦਾ ਹੈ। ਮੰਤਰ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਆਧਾਰ ਨਾਮ ਹੈ ਆਸਰੇ ਦਾ। ਇੱਕੋ ਇੱਕ ਆਸਰਾ ਪਰਮੇਸ਼ਰ ਦੇ ਨਾਮ ਦਾ, ਨਾਮ ਸ਼ਬਦ ਦਾ ਆਸਰਾ ਹੈ। ਹੰਵਾਰੀ ਵੰਝਾ ਕੋਲੀ ਵੰਝਾ, ਤੂੰ ਪਰਬਤ ਮੇਰਾ ਓਲਾ ਰਾਮ। ਓਲਾ ਆਸਰਾ, ਪਰਬਤ ਦੀ ਤਰ੍ਹਾਂ ਪਰਮੇਸ਼ਰ ਦਾ ਨਾਮ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਅਗਾਥ ਪਤਾਲ ਧਾਰੇ। ਨਾਮ ਆਸਰੇ ਦਾ, ਨਾਮ ਦੇ ਆਸਰੇ, ਨਾਮ ਜਪਣ ਵਾਲਿਆਂ ਦੇ ਆਸਰੇ ਸਾਰੀ ਸ੍ਰਿਸ਼ਟੀ ਖੜੀ ਹੈ। ਜਪ ਲੋ ਵੇਲਾ ਜੇ ਸਮਾਂ ਹੈਗਾ, ਜਿੰਨਾ ਚਿਰ ਸਵਾਸ ਚੱਲਦੇ ਸਰੀਰ ਵਿੱਚ। ਤਨ ਅੰਦਰ ਮਨ ਗੁਰਮੁਖ ਵੀ ਹੈ, ਮਨ ਚੰਚਲ ਵੀ ਹੈ, ਮਨ ਚੋਰ ਵੀ ਹੈ, ਮਨ ਵਿਕਾਰੀ ਵੀ ਹੈ। ਜਿਹੜਾ ਕਾਮ ਵਿਕਾਰ ਭੋਗਦਾ ਉਹ ਨਰਕਾਂ 'ਚ ਵਸਾ ਹੈ। ਕਾਮੰ ਨਰਕ ਵਿਸਰਾਮੰ ਬਹੁ ਜੋਨੀ ਭਰਮਾਵਣੇ ਚਿਤ ਹਰਨੰ ਕਰੈ ਲੋ ਗਮੰ। ਜ਼ਿਆਦਾ ਨਾ ਮੈਂ ਬੋਲਾਂ। ਕਾਮ ਕ੍ਰੋਧ, ਗੁੱਸਾ ਬੜਾ ਆਉਂਦਾ ਹੈ, ਲੜਾਕਾ ਬੜਾ ਹੈ। ਸੋ ਇਸ ਪ੍ਰਕਾਰ ਉਸਪਾਸ ਦਵਾਸ ਨਾ ਪਿੱਟੀਏ 'ਚ ਸੰਤਰ ਕ੍ਰੋਧ ਚੰਡਾਲ। ਜਰਨ ਸ਼ਕਤੀ ਹੈ ਹੀ ਨਹੀਂ ਕਿਸੇ ਵੀਰ 'ਚ, ਕਿਸੇ ਭੈਣ 'ਚ, ਕਿਸੇ ਬੀਪਾ ਕਿਸੇ ਵਿੱਚ। ਫਿਰ ਚੰਡਾਲ ਹੀ ਹੋਏ। ਉਹਨੂੰ ਪੜ੍ਹਿਆ ਕਾਹਦਾ, ਅਵਸਰ ਕਾਹਦਾ, ਤੂੰ ਸਿਆਣਾ ਕਾਹਦਾ। ਕ੍ਰੋਧ ਚੰਡਾਲ, ਕਾਮ ਨਰਕਾਂ 'ਚ ਵਾਸਾ ਦਿੰਦਾ। ਤੇ ਲੋਭ ਨੂੰ ਕੁੱਤੇ ਦਾ ਦਰਜਾ ਗੁਰਬਾਣੀ ਦਿੰਦੀ ਗੁਰੂ ਗ੍ਰੰਥ ਸਾਹਿਬ। ਲੋਭ ਲਹਿਰ ਸਵਾਨ ਕੀ ਸੰਗਤ ਜਾ ਕਰੰਗ ਦਿਖੋ ਮੁਖ ਲਾਵੇਂ ਗੋ। ਲੋਭ ਲਹਿਰ ਸਮਾਨ ਹਲਕ ਹੈ, ਹਲਕਿਓ ਸਭੇ ਵਿਗਾਰੇ। ਕਮਾਈ ਕਰਨੀ ਹੱਕ ਲੈਣਾ ਲੋਭ ਨਹੀਂ, ਮਿਹਨਤ ਕਰਨੀ ਲੈਣਾ ਹੱਕ ਲੋਭ ਨਹੀਂ। ਇਸ ਪ੍ਰਕਾਰ ਲੋਭ ਤੋਂ ਬਚਣਾ ਤੇ ਕੁੱਤੇ ਵਾਲੀ ਬਿਰਤੀ ਨਹੀਂ ਧਾਰਨ ਕਰਨੀ, ਤੇ ਚੰਡਾਲ ਵਾਲੀ ਵੀ ਨਹੀਂ ਕਰਨੀ। ਤੇ ਮੋਹ ਨਾਮ ਚਿੱਕੜ ਦਾ ਅੱਗੇ ਪੰਕਤੀਆਂ ਆਈਆਂ ਨੇ। ਮੋਹ ਰੂਪੀ ਚਿੱਕੜ ਪੰਕ ਜੋ ਮੋਹ ਪੱਗ ਨਹੀਂ ਚਾਲੇ, ਹਮ ਦੇਖਾਂ ਤੈਂ ਡੂਬੀ ਗਲੇ। ਮੋਹ ਰੂਪੀ ਚਿੱਕੜ, ਭਾਵੇਂ ਸਰੀਰ ਦਾ ਮੋਹ, ਭਾਵੇਂ ਹੋਰ ਕਿਸੇ ਵਸਤੂ ਦਾ ਮੋਹ ਹੋਵੇ। ਹੰਕਾਰ ਏਡੀ ਮਾੜੀ ਵਸਤੂ ਹੈ ਕਿ ਸਾਰੀ ਉਮਰ ਦੀ ਕੀਤੀ ਕਤਰੀ ਜੇ ਗਵਾਉਣੀ ਹੈ, ਫਿਰ ਹੰਕਾਰ ਕਰ ਲਓ, ਮਾਣ ਕਰ ਲਓ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ। ਨਾਨਕ ਲੇਹ ਫਲ ਜਾਤ ਤੇ ਜੋ ਪੁੰਚਰ ਇਸ਼ਨਾਨ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਪੁੰਚਰ ਹਾਥੀ ਦਾ ਇਸ਼ਨਾਨ ਕਰਵਾਓ, ਪਾਣੀ ਤੋਂ ਬਾਹਰ ਕੱਢੋ। ਆਪਣੀ ਸੁਣ ਨਾਲ ਆਪਣੇ ਦੇਖੇ ਆਪੇ ਹੀ ਪਾ ਲੈਂਦਾ ਹੈ। ਕੀਤੀ ਕਤਰੀ ਗਵਾ ਲੈਂਦਾ ਹੰਕਾਰੀ ਪੁਰਖ। ਇਸ ਪ੍ਰਕਾਰ ਆਪ ਜੀ ਕਹਿੰਦੇ ਵਿਖਿਆ ਰੰਗ ਕੂੜਾ ਗਿਆ, ਦਿਸਣ ਸਭੇ ਛਾਰ। ਵਿਖਿਆ ਨਾਮ ਮਾਇਆ ਦਾ ਹੈ, ਤੇ ਵਿਖਿਆ ਨਾਮ ਵਿਸ਼ੇ ਵਿਕਾਰਾਂ ਦਾ, ਤੇ ਵਿਖਿਆ ਨਾਮ ਜ਼ਹਿਰ ਦਾ ਹੈ। ਤਿੰਨ ਅਰਥ ਨੇ ਵਿਖਿਆ ਦੇ। ਬੇਰੰਗ ਚੜ੍ਹ ਜਾਂਦਾ, ਕਿਸੇ ਨੂੰ ਜ਼ਹਿਰ ਦਾ, ਕਿਸੇ ਨੂੰ ਵਿਕਾਰਾਂ ਦਾ, ਕਿਸੇ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਪ੍ਰੇਮ ਨੂੰ ਕਹਿੰਦੇ। ਕੂੜਾ ਝੂਠਾ ਰੰਗ ਹੈ ਦੁਨੀਆ ਦਾ। ਇਹ ਜਿੰਨੇ ਵੀ ਦਿਸਦੇ ਨੇ ਛਾਰ ਸਵਾਹਾ, ਅੰਤ ਨੂੰ ਹੋ ਜਾਣੇ ਸਾਰੇ ਰੰਗ ਦੁਨੀਆ ਦੇ। ਪਰਮੇਸ਼ਰ ਦੇ ਨਾਮ ਦਾ ਰੰਗ ਜਿਹਦੀ ਆਤਮਾ ਨੂੰ ਚੜ੍ਹਦਾ ਹੈ। ਸੁਕਾਇਆ ਕਾਪਰ ਚੀਰ ਬਹੁ ਫਾਰੇ, ਰੰਗ ਨਾ ਲਹੇ ਸੁਭਾਗਾ। ਕਾਂ ਰੂਪ ਕੱਪੜਾ ਚੀੜਿਆ ਜਾਵੇ, ਨਿਕਾ ਨਿਕਾ ਹੋ ਜਾਵੇ, ਤੁੰਬਾ ਤੁੰਬਾ ਹੋ ਜਾਵੇ। ਮਨੀ ਸਿੰਘ ਦੀ ਤਰ੍ਹਾਂ ਵਾ ਕੱਟ ਕੱਟ ਕੇ ਬੰਦ ਢੇਰੀਆਂ ਲੱਗ ਜਾਵੇ। ਸੁਖਮਨੀ ਸਾਹਿਬ ਫੇਰ ਆਵਾਜ਼ ਆਈ ਜਾਂਦੀ ਹੈ। ਤੇ ਸੇਜ ਤਲੀ ਤੇ ਕੀ ਕਿੰਨੇ ਹੋਰ ਹਵਾਲੇ ਨੇ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਦੁਨੀਆ ਦੇ ਸਾਰੇ ਰੰਗ ਸਾਰ ਸ਼ਵਾ, ਮਿੱਟੀ ਕੁਛ ਵੀ ਨਹੀਂ। ਹਰੀ ਦਾ ਨਾਮ ਹੀ ਰੰਗ ਭਾਵ ਮਜੀਠੀ ਪੱਕਾ ਰੰਗ ਹੈ। ਹਰਿਆਂ ਭਰਿਆਂ ਕਰਨ ਵਾਲਾ, ਹਾਰ ਦੇਣ ਵਾਲਾ, ਬੰਧਨ ਹਰਨ ਵਾਲਾ, ਹਾਥਾਂ ਵਾਸਾ ਕਰਨ ਵਾਲਾ। ਆ ਨਿਰਤ ਮੌਤ ਤੋਂ ਆ ਰਹਿਤ ਕਰਨ ਵਾਲਾ, ਜੀਵਨ ਮੁਕਤੀ ਦੇਣ ਵਾਲਾ। ਬੂੰਦ ਸੁਹਾਵਣੀ ਸੋਹਮਨੀਕ ਸੁੰਦਰ ਬੂੰਦ ਜਿਹੜੀ ਬਾਰਿਸ਼ ਹੋਣ ਤੋਂ ਪੈਂਦੀ ਵਰਦੀ ਹੈ, ਜਿਹਦੀ ਕਦਰ ਪਵੀਏ ਨੂੰ ਹੈ। ਕੇਲੇ ਦੀ ਕੁਨੂੰਗਲੀ 'ਤੇ ਪੈ ਜਾਵੇ ਕਪੂਰ ਬਣ ਜਾਂਦਾ, ਹਾਥੀ 'ਤੇ ਪੈ ਜਾਵੇ ਮੋਤੀ ਬਣ ਜਾਂਦਾ, ਸਿੱਪੀ ਮੂੰਹ 'ਚ ਪੈ ਜਾਵੇ ਮੋਤੀ ਬਣ ਜਾਂਦਾ। ਇਹ ਤਾਂ ਆਦਿਕ। ਜੇ ਕਿਸੇ ਬੰਦੇ ਦੇ ਪੈ ਜੇ ਵਿਦਵਾਨ ਬਣ ਜਾਂਦਾ, ਗਿੱਦੜ ਦੇ ਪੈ ਜੇ ਹਲਕਾ ਹੋ ਜਾਂਦਾ, ਸੱਪ ਦੇ ਪੈ ਜੇ ਜ਼ਹਿਰ ਵੱਧ ਜਾਂਦੀ। ਇਸ ਪ੍ਰਕਾਰ ਜੋ ਜੈਸੀ ਮਿਲੇ ਤੋ ਸੁਧ ਐਸੋ ਫਲ ਲੀਨ। ਕੁੰਦਲੀ ਭਿਅੰਗ ਵਿਅਰ ਭਿਅੰਗ ਸਰਬਮੁਖ, ਏਕ ਬੂੰਦ ਗੁਣ ਤੀਨ। ਵਿਸਾਰਨਾ ਕਰ ਅੰਮ੍ਰਿਤ ਬੂੰਦ ਸੁਹਾਵਣੀ। ਬਾਰਿਸ਼ ਹੋ ਰਹੀ ਹੈ ਪਰਮੇਸ਼ਰ ਦੇ ਨਾਮ ਦੀ ਸੋਹਣੀਕ ਬੂੰਦ, ਜਿਹਦੇ ਹਿਰਦੇ ਤੱਕ ਚਲੀ ਗਈ ਜ਼ਿੰਦਗੀ ਬਦਲ ਦੇਵੇਗੀ।
ਮਿਲ ਸਾਧੂ ਸੰਗਤਾਂ ਨਾਲ, ਸਾਧੇ ਹੋਏ ਮਨ ਵਾਲਿਆਂ ਨਾਲ ਮਿਲ ਕੇ ਪੀਵਣਹਾਰ ਪੀਣ ਵਾਲੇ ਬਣੀਏ, ਉਸ ਬੂੰਦ ਦੇ ਆਨੰਦ ਨੂੰ ਮਾਣਨ ਵਾਲੇ ਬਣੀਏ, ਕਥਾ ਕੀਰਤਨ ਦਾ ਲਾਭ ਲੈਣ ਵਾਲੇ ਬਣੀਏ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਛੇਤੀ ਕੋਈ ਸਵਾਰੀਏ ਨਾਨਕ ਕਾਰ ਸਾਰ। ਵਾਨ ਤਿਣ ਪ੍ਰਭ ਸੰਗ ਮਉ ਲਿਆ, ਸਮਰੱਥ ਪੁਰਖ ਅਪਾਰ। ਵਾਨ ਦਰਖਤਾਂ ਦੇ ਤਿਣ ਕੱਖ ਤੀਲੇ ਬੂਟੇ ਸਭ, ਬਾਰਿਸ਼ ਵੀ ਪੈਂਦੀ ਹੈ, ਸਾਵਣ 'ਚ ਮੀਂਹ ਵੀ ਪੈਂਦਾ ਹੈ। ਕੋਠੀਆਂ ਦੇ ਛੱਤਾਂ 'ਤੇ ਵੀ ਕੱਖ ਉੱਗ ਪੈਂਦੇ ਨੇ, ਕੰਧਾਂ 'ਤੇ ਵੀ ਕੱਟੀਆਂ 'ਚ ਉੱਗ ਪੈਂਦੇ ਨੇ। ਵਾਣ ਤਿਰਣ ਸਰੀਰ ਕਿੰਦਰੀਆਂ ਮੌਲੀਆਂ ਪ੍ਰਫੁੱਲਤ ਹੋ ਗਈਆਂ, ਟੈਗ ਨੂੰ ਪ੍ਰਾਪਤ ਹੋ ਗਈਆਂ। ਸਮਰੱਥ ਪੁਰਖ ਮਰਦ ਪਰਮੇਸ਼ਰ, ਪਾਪਾਂ ਤੋਂ ਰੱਖਿਆ ਕਰਨ ਵਾਲਾ, ਪੌਰਖ ਬਲ ਦੇਣ ਵਾਲਾ ਮਰਦ, ਪਾਰਾਵਾਰ ਤੋਂ ਅਪਾਰ। ਅਕਾਲ ਪੁਰਖ ਵੱਲ ਇਸ਼ਾਰਾ ਹੈ, ਕਿਸੇ ਦੇਵੀ ਦੇਵਤੇ ਬੰਦੇ ਵੱਲ ਹੈ। ਸਾਡੇ ਤੋਂ ਸਾਰੇ ਹੀ ਚੰਗੇ ਨੇ, ਹਮ ਨਹੀਂ ਚੰਗੇ। ਬੁਰਾ ਨਹੀਂ ਕੋਏ, ਪਰਮਤ ਨਾਨਕ ਤਾਰੇ ਸੋਏ। ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਕਰਮੀ ਚੰਗੇ ਨੇ ਤੇ ਕਰਮੀ ਮਾੜੇ ਨੇ, ਕਰਮੀ ਆਪੋ ਆਪਣੇ। ਕੇ ਨੇੜੇ ਕੇ ਦੂਰ, ਚੰਗੇ ਕਰਮ ਕਮਾ ਲਓ ਆਉਣ ਵਾਲੇ ਸਮੇਂ, ਤੇ ਪਿਛਲੇ ਔਗੁਣ ਬਖਸ਼ ਲੈ ਪ੍ਰਭ, ਅੱਗੇ ਮਾਰਗ ਪਾਈ ਦੀ ਪ੍ਰਾਪਤੀ ਹੋ ਜਾਏ। ਹਰ ਮਿਲਣੇ ਹਰੀ ਨੂੰ ਮਿਲਣ ਨੂੰ ਮਨ ਲੋਚਦਾ ਹੈ, ਮਨ ਚਾਹੁੰਦਾ ਹੈ, ਪਰ ਕਰਮਾਂ 'ਚ ਫਰਕ ਹੈ। ਜਦੋਂ ਮਾੜੇ ਮਿਟ ਗਏ, ਚੰਗੇ ਅੱਗੇ ਆ ਗਏ, ਫਿਰ ਮਿਲਾਪ ਮਿਲਦਿਆਂ ਢਿੱਲ ਨਾ ਕੀਜੇ। ਜੇ ਨੀਅਤ ਰਾਸ ਹੋਈ, ਨਿਜਤ ਰਾਸ ਆ ਗਈ, ਚੰਗੀ ਆ ਗਈ, ਮਨ ਜੀਤੇ ਜਗ ਜੀਤ ਦੀ ਪ੍ਰਾਪਤੀ ਹੋਵੇਗੀ। ਅੱਜ ਤੋਂ ਚੰਗੇ ਕਰਮ ਕਰਨੇ ਸ਼ੁਰੂ ਕਰ ਦਿਓ ਤੇ ਮਾੜੇ ਛੱਡ ਦਿਓ। ਜਿੰਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ। ਸਖੀਆਂ ਭਾਗਾਂ ਵਾਲੀਆਂ, ਜੀਵ ਰੂਪੀ ਇਸਤਰੀਆਂ, ਕੋਈ ਮਤ ਨਹੀਂ ਵੰਡੀ, ਕੋਈ ਸਰੀਰ ਨਹੀਂ ਵੰਡਿਆ, ਕੋਈ ਕੌਮ ਨਹੀਂ ਵੰਡੀ। ਜਿਨ੍ਹਾਂ ਨੇ ਹਰੀ ਪ੍ਰਭੂ ਨੂੰ ਪਾਇਆ, ਉਸ ਦੀ ਪ੍ਰਾਪਤੀ ਨਹੀਂ। ਸਾਡਾ ਯਸੂ ਹੈ, ਸਾਡਾ ਮੁਹੰਮਦ ਹੈ, ਸਾਡਾ ਕੋਈ ਹੋਰ ਹੈ, ਵੱਖਰੇ ਵੱਖਰੇ ਰੱਬ ਨਹੀਂ, ਉਹ ਇੱਕ ਹੀ ਹੈ। ਇਹ ਸਭ ਭੁਲੇਖੇ ਦੂਰ ਕਰੋ, ਗਿਆਨਤਾ ਦਾ ਹਨੇਰਾ ਦੂਰ ਕਰੋ ਤੇ ਮਿਲ ਕੇ ਚੱਲੋ। ਹੋਏ ਕਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ। ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਜਿਨੀ ਸਖੀਏ ਸਰੀਰ ਕਿੰਦਰੀਆਂ ਪੜਾਈਆਂ, ਜਿਗਰੀਆਂ ਦਾ ਹਾਰ ਜਾਵਾਂ। ਕਿਹਦੇ 'ਚ ਇਹ ਨਿਮਰਤਾ ਹੈ? ਬੜੀ ਮੁਸ਼ਕਿਲ ਦੀ ਗੱਲ ਹੈ। ਸਤਿਗੁਰ ਕਿਰਪਾ ਕਰ, ਸਦਾ ਬਲਿਹਾਰ ਜਾਵਾਂ, ਬਲਿਹਾਰ ਜਾਵਾਂ, ਚਰਨੀ ਪੈ ਜਾਵਾਂ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੇ ਸੰਗ ਸਾਥ, ਵੱਡੀਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਏ, ਤਿੱਥੇ ਨਦਰ ਤੇਰੀ ਬਖਸ਼ੀਸ। ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰਨ ਹਾਰ। ਬੇਨਤੀ ਕਰੀਏ, ਅਰਦਾਸਾਂ ਕਰੀਏ, ਹਰੀ ਜੀ ਸਾਡੇ ਭੁੱਲਿਆ ਹੋਇਆਂ ਤੇ ਅਗਿਆਨੀਆਂ ਮੇ ਸਮਝਾਂ ਤੇ ਮਾਇਆ ਕਰ। ਤੂੰ ਮਿਹਰ ਕਰ, ਤਰਸ ਕਰ, ਸਾਡੇ ਔਗੁਣ ਨਾ ਗਿਣੀ। ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇ ਔਗੁਣ ਹਮਾਰੇ। ਦਇਆ ਕਰੋ ਕੁਛ ਮੇਰੋ ਪਾਵੋ, ਡੁੱਬਦੇ ਪੱਥਰ ਤਾਰੇ। ਤੇਰਾ ਸ਼ਬਦ ਹੀ ਸਾਡਾ ਗੁਰੂ, ਸਾਰਿਆਂ ਦਾ ਗੁਰੂ ਹੈ, ਤੇ ਵਿਗੜੀ ਨੂੰ ਸਵਾਰਨ ਵਾਲਾ, ਸਿੱਧੇ ਰਾਹ ਬਿਰਤੀ ਨੂੰ ਪਾਉਣ ਵਾਲਾ ਹੈ। ਸਾਵਣ ਤਿੰਨਾ ਸੁਹਾਗਣੀ, ਜਿਨ ਰਾਮ ਨਾਮ ਔਰ ਹਾਰ। ਸਾਵਣ ਦਾ ਮਹੀਨਾ ਆਖਰੀ ਪੰਗਤੀ, ਤਿੰਨਾਂ ਸੁਹਾਗਵੰਤੀਆਂ ਨੇ। ਸੋਭ ਨੇਕ ਤੇ ਚੰਗਾ, ਜਿਨ੍ਹਾਂ ਨੇ ਰਾਮ ਦਾ ਨਾਮ ਔਰ ਹਿਰਦੇ ਵਿੱਚ ਹਾਰ ਪਰੋ ਕੇ ਪਾ ਲਿਆ। ਕਿਸੇ ਵੇਲੇ ਵਿਛੜਦੇ ਨਹੀਂ, ਕਿਸੇ ਵੇਲੇ ਵਿਛੋੜਦੇ ਨਹੀਂ, ਕਿਸੇ ਵੇਲੇ ਛੱਡਦੇ ਨਹੀਂ। ਮੋਕੀ ਬਾਰ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਦੇਸੇ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ। ਗੁਰਮੁਖੋ ਮਾਲਕ ਦੇ ਵਾਸੈ, ਨੱਕ ਨੱਥ ਖਸਮ ਹੱਥ, ਕਿਰ ਧੱਕੇ ਦੇ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਸਮੇਂ ਦੀ ਸਰਕਾਰ ਨੇ ਸਾਰਾ ਦੇਸ਼ ਹੀ ਵੇਚ ਦਿੱਤਾ ਹੋਇਆ ਹੈ। ਤੇ ਕੀ ਬਣੋ ਤੁਹਾਡੇ ਦੁਕਾਨਦਾਰੋ? ਤੁਹਾਡੇ ਨਾਲ ਦੁਕਾਨਾਂ ਖਤਮ ਹੋ ਜਾਣੀਆਂ, ਮੰਡੀਆਂ ਖਤਮ ਹੋ ਜਾਣੀਆਂ, ਛਾਵੜੀਆਂ ਵਿਕਣ ਵਾਲਾ ਖਤਮ ਹੋ ਜਾਣਾ। ਬਾਹਰ ਵੇਖਿਆ ਵੱਡੇ ਵੱਡੇ ਸਟੋਰ ਨੇ, ਬਹੁਤ ਵੱਡੇ ਵੱਡੇ, ਸਭ ਨੂੰ ਉੱਥੇ ਜਾਣਾ ਪੈਣਾ ਹੈ। ਨੌਕਰੀਆਂ ਤੁਹਾਡੀਆਂ ਖਤਮ ਹੋ ਜਾਣੀਆਂ। ਕਿਸਾਨਾਂ ਨੇ ਸਮੁੱਚੇ ਸਾਰਿਆਂ ਵਾਸਤੇ ਮੋਰਚਾ ਲਾਇਆ ਹੋਇਆ ਹੈ। ਉਹਨਾਂ ਦੇ ਭਲੇ ਵਾਸਤੇ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਵਿਦੇਸ਼ਾਂ 'ਚ ਬੈਠੇ ਵੀਰ, ਦੱਸਦੇ ਪਿਆਰ ਵਾਲਾ ਅਵਤਾਰ ਸਿੰਘ ਤੇ ਕੁਝ ਸਾਥੀ ਉਹਨਾਂ ਦੇ, ਹਰ ਮਹੀਨੇ 50,000 ਭੇਜਦੇ ਨੇ। ਐਰਕਾਂ ਥੋੜ੍ਹੇ ਜਿਹੇ ਵੱਧ ਭੇਜ ਬੈਠੇ ਹੈ। ਤੇ ਵੀਰ ਕਰਤਾਰ ਸਿੰਘ ਜੀ ਨੇ ਤੇ ਹਰਵਿੰਦਰ ਸਿੰਘ ਨੇ, ਦਾਸ 2 ਵਾਰੀ ਇਸ਼ਾਰਾ ਕੀਤਾ ਸੀ
ਕਿ ਰਾਵਣ ਨੂੰ ਥੰਮਣ ਦੇ ਪਾਠ ਚੱਲ ਰਹੇ ਨੇ। 6-7 ਲੱਖ ਰੁਪਈਆ ਆ ਚੁੱਕਾ ਹੈ, 70-75 ਪਾਠ ਅਜੇ ਵੀ ਚੱਲਦੇ ਨੇ। ਐਰਕਾਂ ਉਹਨਾਂ ਨੂੰ ਥੋੜ੍ਹੇ ਘੱਟ ਦੇ ਦਿੰਦੇ ਹੈ ਅਤੇ ਕੁਝ ਕੋਲੋਂ ਪਾ ਲੈਂਦੇ ਆਪਾਂ ਮਿਲ ਜੁਲ ਕੇ। ਇਸ ਗੁਰਦੁਆਰੇ ਵੀ ਜ਼ਰੂਰ ਕਰਾਈਏ। ਤਾਂ ਵੀਰ ਕਰਤਾਰ ਸਿੰਘ ਜੀ ਵਿਸਾਰਨਾ ਆਪ ਜੀ ਨੂੰ ਬਾਅਦ ਵਿੱਚ ਦੱਸਣ ਦਾਸ ਦਾ ਕੇਵਲ ਇੰਨਾ ਇਸ਼ਾਰਾ ਹੀ ਹੈ। ਇਹ ਵੀਰ ਰਿਕਾਰਡ ਕਰੀ ਜਾਂਦਾ ਹੈ, ਤੁਹਾਡੀਆਂ ਪਿਕਚਰਾਂ ਭਰ ਲਈਆਂ ਨੇ ਇਹਨੇ ਕੈਮਰੇ 'ਚ, ਦੇਸਾਂ ਵਿਦੇਸਾਂ 'ਚ ਤੁਸੀਂ ਭਾਵੇਂ ਬਿਰਧ ਹੋ ਜਾਓ, ਇਹ ਫੋਟੋਆਂ ਤੁਹਾਡੀਆਂ ਇਵੇਂ ਹੀ ਰਹਿਣੀਆਂ। ਇਹ ਉਦਮ ਵੀਰ ਹਰਵਿੰਦਰ ਸਿੰਘ ਦਾ ਹੈ। ਸਤਿਗੁਰ ਕਿਰਪਾ ਕਰ ਸਾਡਾ ਪੜ੍ਹਿਆ ਸੁਣਿਆ ਥਾਂ ਪਵੇ। ਸਰੀਰ ਭਾਵੇਂ ਨਾ ਰਹਿਣ, ਸ਼ਬਦ ਅਟਲ ਹੈ, ਸਚਾਈ ਹੈ, ਅਚੁੱਤ ਹੈ, ਅਗਿੜ ਹੈ, ਸਥਿਰ ਹੈ। ਅੱਜ ਦੀਆਂ ਪੰਕਤੀਆਂ ਇੰਨੀਆਂ ਸਵੀਕਾਰ ਕਰੋ, ਕੱਲ੍ਹ ਨੂੰ ਗੁਰੂ ਸਾਹਿਬ ਦੀ ਹੋਰ ਸੇਵਾ ਲੈਣਗੇ। ਆਖਰੀ ਪੰਕਤੀਆਂ ਬੋਲ ਕੇ ਗੁਰੂ ਕੀ ਫਤਿਹ ਬੁਲਾ ਕੇ ਸਮਾਪਤੀ ਕਰੀਏ। ਨਾਨਕ ਹਰਿ ਜੀ ਮਇਆ ਕਰਮ ਕਰ ਸ਼ਬਦ ਮਿਲਾ ਸਵਾਰਨਹਾਰ। ਨਾਨਕ ਹਰਿ ਜੀ ਮਇਆ ਕਰ ਸ਼ਬਦ ਸਵਾਰਨਹਾਰ। ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੰਗਤਾਂ ਕਾਫੀ ਸਮੇਂ ਤੋਂ ਗੁਰੂ ਦੀ ਗੋਦ ਲੈ ਕੇ ਅਮਰ ਕਰੇ ਨਿਤਿ ਦੇ ਪਾਠ ਦਾ ਪਾਠ ਸਰਵਣ ਕੀਤਾ ਹੈ। ਲਾਰੇ ਪੰਡਤ ਕੀਰਤਨ ਸਰਵਣ ਕੀਤਾ ਹੈ। ਅੰਤ ਦੇ ਮਹਾਨ ਗੁਰੂਆਂ ਗਿਆਨੀ ਰਣਜੀਤ ਸਿੰਘ ਪਾਸੋਂ ਅੱਜ ਦੇ ਮੇਲੇ ਦੀ ਗੁਰਦੁਆਰੇ ਦੀ ਕਥਾ ਸਰਵਣ ਕੀਤੀ ਹੈ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸੰਗਤਾਂ ਦਾ ਬਹੁਤ ਧੰਨਵਾਦ। ਸੰਗਤ ਤੇ ਪਹੁੰਚ ਕੇ ਕੀਰਤਨ ਸਰਵਣ ਕੀਤਾ, ਕਥਾ ਦੀ ਦਾਲ ਸਰਵਣ ਕੀਤੀ ਹੈ। ਭਾਈ ਰਣਜੀਤ ਸਿੰਘ ਨੇ ਬੜਾ ਉਪਰਾਲਾ ਕੀਤਾ ਹੈ। ਸਾਧ ਸੰਘਰਸ਼ ਦੇ ਮੋਰਚੇ ਦੀ ਕਾਮਯਾਬੀ ਵਾਸਤੇ ਉਹਨਾਂ ਵੱਲੋਂ ਚਲੋ ਖਾਨਪਾਟ ਸਾਹਿਬ ਨਾਮ ਵੀ ਬਦਲਾ ਕੇ ਹੋਣਗੇ। ਭਾਈ ਰਣਜੀਤ ਸਿੰਘ ਦੀ ਬਾਤ ਜਿਹੜੀ ਸੇਵਾ ਆਈ ਹੈ ਬਾਹਰ ਲੋਕਾਂ ਨੂੰ, ਤਾਂ ਕਿ ਜੇ ਪੰਜੇ ਦਾ ਯੋਗਦਾਨ ਪਾਉਣਾ ਚਾਹੁੰਦਾ ਉਹਨਾਂ ਨੂੰ ਬੇਨਤੀ ਹੈ ਉਹਦੇ ਹਿਸਾਬ ਹੋਣਗੇ। ਖਾਨਪਾਟ ਦੇ ਹੋਏ ਹੋਰ ਵੀ 10 ਹੋਦਾ ਰਹੇਗਾ। ਉਹ ਸੰਗਤ ਸਹਿਯੋਗ ਨਾਲ ਸਾਰਾ ਕੰਮ ਚੱਲਣਾ ਹੈ। ਪਰਸੋਂ ਦਾ ਖਾਨਪਾਟ ਨਾਮ ਕੀਤੇ ਜਾਣਗੇ। ਉਸ ਤੋਂ ਬਾਅਦ ਇਹ ਸੰਗਤਾਂ ਉਪਰਾਲਾ ਜਿਹੜਾ ਦੂਜਾ ਖਾਨਪਾਟ ਨਾਮ ਕੀਤਾ ਜਾਵੇਗਾ। ਤੋ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਜੋ ਸੰਗਤਾਂ ਹਰ ਸਾਲ ਹਰ ਮਹੀਨੇ ਗੁਰੂ ਘਰ ਵਿਖੇ ਮਾਇਆ ਪ੍ਰਾਪਤ ਕਰਦੀਆਂ ਹਨ। ਪਿਛਲੇ ਮਹੀਨੇ ਦਾ